जी ਹੁਣ ਸੁਣੋ ਤੁਸੀਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਬਚਨ। ਸੱਚੇ ਪਾਤਸ਼ਾਹ ਜੀ ਨੇ ਕਿਵੇਂ ਦਰਸ਼ਨ ਦਿੱਤੇ ਸੰਤ ਸੇਵਾ ਸਿੰਘ ਜੀ ਯੂਪੀ ਵਾਲਿਆਂ ਤੋਂ। ਸਾਡੇ ਜੀ ਪਿਤਾ ਜੀ ਦਾ ਨਾਂ ਹਰੀ ਸਿੰਘ ਆ। ਵੈਸੇ ਸ਼ਾਹ ਵੱਜਦਾ ਉਹਨੂੰ। ਦੁਕਾਨਾਂ ਪਾਈਆਂ ਪਾਕਿਸਤਾਨ 'ਚ ਵਿੱਚ, ਇੱਧਰ ਵੀ ਦੁਕਾਨ ਕੱਪੜੇ ਦੀ ਰੱਖੀ ਉਹਨਾਂ। ਸੰਤ ਲਾਭ ਸੋਹਣੀ ਦਿੱਲੀ ਵਾਲੇ ਸੀ, ਉਹਨਾਂ ਦੇ ਨਾਲ ਦੁਕਾਨ ਕੱਪੜੇ ਦੀ ਪਾ ਛੱਡੀ। ਅਤੇ ਉਹਨਾਂ ਨੇ ਫਿਰ ਉਹਨਾਂ ਦਾ ਇੱਥੇ ਗੁਰਦੁਆਰਾ ਆਪਣੇ ਇੱਧਰ, ਫਿਰ ਉੱਥੋਂ ਆ ਕੇ ਵੇਚ ਕੇ ਯੂਪੀ ਆ ਕੇ ਅਸੀਂ ਜ਼ਮੀਨ ਲੈ ਲਈ। ਇੱਥੇ ਜਦੋਂ ਆਏ ਫਿਰ ਸੰਤ ਸੁਖਦੇਵ ਸੋਹਣੀਆਂ ਆਪਣੇ ਜ਼ਿਲ੍ਹਾ ਸ਼ਾਹਜਹਾਨ ਸੰਤ, ਅਤੇ ਉਹ ਗੁਰਦੁਆਰੇ ਉਹਨਾਂ ਬੜੇ ਬਣਾਏ ਆ। ਅਤੇ ਮਤਲਬ ਉਹਨਾਂ 100-150 ਗੁਰਦੁਆਰੇ ਤੋਂ ਉੱਪਰ ਗੁਰਦੁਆਰਾ ਉਹਨਾਂ ਤਿਆਰ ਕੀਤਾ। ਜਿੱਥੇ ਸੰਗਤ ਨੇ ਕਿਸੇ ਨੇ ਕਿਹਾ ਆ ਉਹਨਾਂ ਉੱਥੇ ਗੁਰਦੁਆਰਾ ਬਣਾ ਤਾ। ਜਦੋਂ ਗੁਰਦੁਆਰੇ ਉੱਥੇ ਬਣਾਤੇ ਅਤੇ ਉਹ ਗੁਰਦੁਆਰਾ ਅਸੀਂ ਵੀ, ਸਾਡੇ ਪਿਤਾ ਜੀ ਹੋਣੀ ਅਤੇ ਅਸੀਂ ਵੀ ਸਲਾਹ ਕਰਕੇ ਅਤੇ ਅਰਜ਼ ਸੰਤਾਂ ਅੱਗੇ ਕਰਤੀ। ਲਾਗੇ ਗੁਰਦੁਆਰਾ ਬਣਦਾ ਇੱਕ ਢਈਏ, ਅਤੇ ਉੱਥੇ ਸੰਤਾਂ ਗੁਰਦੁਆਰਾ ਬਣਾਉਂਦੇ। ਅਤੇ ਸਾਡੇ ਪਿਤਾ ਜੀ ਹੋਣਾ ਨੇ ਵੀ ਅਰਜ਼ ਕਰਤੀ, ਸੰਤ ਜੀ ਸਾਡੇ ਵੀ ਗੁਰਦੁਆਰਾ ਬਣਾ ਦਿਓ। ਉਹਨਾਂ ਆਖਿਆ ਜੀ ਚੰਗਾ ਤੁਸੀਂ ਜਗ੍ਹਾ ਸਾਨੂੰ ਦੇ ਦਿਓ, ਅਸੀਂ ਤੁਹਾਡੇ ਵੀ ਗੁਰਦੁਆਰਾ ਬਣਾ ਦਿੰਦੇ ਹਾਂ। ਅੱਛਾ ਜੀ, ਜਗ੍ਹਾ ਅਸੀਂ ਦੇ ਦਿੱਤੀ। ਫਿਰ ਉਹ ਗੁਰਦੁਆਰਾ ਜਦੋਂ ਬਣ ਗਿਆ, ਮੁਕੰਮਲ ਹੋ ਗਿਆ, ਅਤੇ ਸੰਤਾਂ ਨੇ ਉਹ ਸਮਾਨ ਸਮੂਨ ਲਿਆਂਦਾ ਅਤੇ ਸਾਡੇ ਗੁਰਦੁਆਰੇ ਉੱਥੇ ਚਾਲੂ ਕਰ ਦਿੱਤਾ। ਜਿਸ ਵੇਲੇ ਸਾਡਾ ਗੁਰਦੁਆਰਾ ਬਣ ਕੇ ਤਿਆਰ ਹੋ ਗਿਆ, ਉਸ ਵੇਲੇ ਪਿਤਾ ਜੀ ਹੋਰ ਕੋਈ ਅਸੀਂ ਭਾਈ ਤੋਂ ਕੋਈ ਰੱਖਿਆ ਨਾ। ਤਾਂ ਸਾਡੇ ਪਿਤਾ ਜੀ ਪੜ੍ਹੇ ਹੋਏ ਸੀ, ਦਰਬਾਰ ਸਾਹਿਬ ਪੜ੍ਹ ਲੈਂਦੇ ਸੀ, ਅਤੇ ਉਹੋ ਹੀ ਮਤਲਬ ਉੱਥੇ ਸੇਵਾ ਕਰਦੇ ਸੀ ਗੁਰਦੁਆਰੇ। ਇੱਕ ਦਿਨ ਸੇਵਾ ਕਰਦਿਆਂ ਤੋਂ ਉਹਨਾਂ ਦੇ ਮਨ ਵਿੱਚ ਇਹ ਆਵੇ ਰੋਜ਼, ਅਤੇ ਨਾਲੇ ਉੱਥੇ ਸੈਂਚੀ ਪੜ੍ਹਦੇ ਆ, ਅਤੇ ਨਾਲੇ ਇਹ ਮਨ ਵਿੱਚ ਆਵੇ ਵੀ ਸੱਚਾ ਪਾਤਸ਼ਾਹ ਤੁਸੀਂ ਬੜਿਆਂ ਸਿੱਖਾਂ ਨੂੰ ਪ੍ਰਤੱਖ ਦਰਸ਼ਨ ਦਿੰਦੇ ਆ ਸਤਿਗੁਰੂ ਰਾਮ ਸਿੰਘ ਜੀ, ਅਤੇ ਮੈਨੂੰ ਵੀ ਦਰਸ਼ਨ ਦਿਓ। ਜਦੋਂ ਇੱਦਾਂ ਕਰਦਿਆਂ ਕੁਛ ਦਿਨ ਨਿਕਲ ਗਏ। ਜਿਸ ਵੇਲੇ ਕੁਛ ਦਿਨ ਨਿਕਲ ਗਏ, ਸਤਿਗੁਰੂ ਰਾਮ ਸੋਹਣਾ ਨੇ ਇੱਕ ਦਿਨ 12 ਵਜੇ ਦਾ ਟਾਈਮ ਦਿਨ ਦਾ 12 ਵਜੇ ਦਾ ਟਾਈਮ, ਅਤੇ ਸਤਿਗੁਰੂ ਰਾਮ ਸੋਹਣੀ ਇੱਦਾਂ ਆਪਦੇ ਧਿਆਨ ਸੈਂਚੀ ਪੜ੍ਹਨ ਡਏ ਹੋਇਆ। ਜਦੋਂ ਪੜ੍ਹਨ ਡਏ ਆਪਦੇ ਧਿਆਨ, ਅਤੇ ਪਿਛਲੇ ਬੰਨਿਓ ਸੱਚੇ ਪਾਤਸ਼ਾਹ ਸਤਿਗੁਰੂ ਰਾਮ ਸੋਹਣੀ ਆਏ ਆ। ਜਦੋਂ ਪਿਛਲੇ ਬੰਨਿਓ ਆਏ ਤਾਂ ਐਂ ਕਰਕੇ ਥੱਲੇ ਤੱਕ ਪਜਾਮਾ ਪੱਗ ਇੱਦਾਂ ਹੀ ਬੱਧੀ ਹੋਈ। ਅਤੇ ਉਹ ਸਾਡੇ ਪਿਤਾ ਜੀ ਕਹਿਣ ਲੱਗੇ, ਸੰਤ ਜੀ ਕਿਹੜੇ ਥਾਂ ਆਏ ਆ, ਕਿੱਥੇ ਰਹਿੰਦੇ ਆ? ਉਹ ਕਹਿਣ ਲੱਗੇ ਜੀ ਅਸੀਂ ਸਭ ਜਗ੍ਹਾ ਰਹਿੰਦੇ ਹਾਂ। ਫਿਰ ਉਹਨਾਂ ਮੁੜ ਕੇ ਪੁੱਛਿਆ, ਸੰਤ ਜੀ ਤੁਸੀਂ ਕੌਣ ਆ, ਕਿੱਥੇ ਰਹਿੰਦੇ ਆ? 2 ਵਾਰਾਂ ਜਦੋਂ ਇਹ ਬਚਨ ਹੋਇਆ, ਫਿਰ ਉਹਨਾਂ ਨੇ ਆਖਿਆ ਅਸੀਂ ਸਭ ਜਗ੍ਹਾ ਹੀ ਰਹਿੰਦੇ ਹਾਂ। ਫਿਰ ਇੰਨੀ ਕੁ ਗੱਲ ਹੋਈ ਅਤੇ ਉਹ ਕਹਿਣ ਲੱਗੇ, ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਤੁਸੀਂ ਉਹਨਾਂ ਦੇ ਮਨ 'ਤੇ ਐਸਾ ਪੜਦਾ ਪਾਤਾ, ਉਹਨਾਂ ਨੂੰ ਪਤਾ ਨਹੀਂ ਲੱਗਾ ਵੀ ਸਤਿਗੁਰੂ ਰਾਮ ਸੋਹਣੀ ਮੈਂ ਯਾਦ ਵੀ ਕਰਦਾ। ਉਹਨਾਂ ਨੂੰ ਪਤਾ ਹੀ ਨਹੀਂ ਇੰਨਾ ਲੱਗਾ ਵੀ ਮੈਂ ਸਤਿਗੁਰੂ ਰਾਮ ਸੋਹਣਾ ਨੂੰ ਇੰਨਾ ਯਾਦ ਕਰਦਾ, ਅਤੇ ਸਤਿਗੁਰੂ ਰਾਮ ਸੋਹਣਾ ਦੇ ਦਰਸ਼ਨ ਦਿੱਤੇ ਹੋਣੇ ਆ। ਇਹਨਾਂ ਮਾਤੇ ਉਹ ਮਾਇਆ ਪਾਰਤੀ ਆ, ਪਤਾ ਹੀ ਨਹੀਂ ਲੱਗਿਆ। ਉਸ ਵੇਲੇ ਫਿਰ ਉਹਨਾਂ ਇਹ ਆਖਿਆ ਵੀ ਸਿੱਖਾ ਵੀ ਮੈਨੂੰ ਪ੍ਰਸ਼ਾਦਾ ਛਕਾਓ। ਜੇ ਵੇਲੇ ਆਖਿਆ ਮੈਨੂੰ ਪ੍ਰਸ਼ਾਦਾ ਛਕਾਓ, ਤਾਂ ਉਹ ਕਹਿਣ ਲੱਗੇ ਜੀ ਦੁਪਹਿਰ ਦਾ ਟਾਈਮ ਆ, ਪ੍ਰਸ਼ਾਦਾ ਤਾਂ ਸਵੇਰ ਦਾ ਜਿਹੜਾ ਜੋ ਵਿਆਹ ਹੋਊਗਾ, ਤਾਂ ਤੁਸੀਂ ਸਾਡੇ ਨਾਲ ਚਲੋ ਅਤੇ ਘਰ ਚੱਲ ਕੇ ਅਤੇ ਤਾਜ਼ਾ ਪ੍ਰਸ਼ਾਦਾ ਪਕਾ ਕੇ ਅਤੇ ਸੰਤ ਜੀ ਤੁਹਾਨੂੰ ਛਕਾਉਣੇ ਆ। ਉਹ ਕਹਿਣ ਲੱਗੇ ਜੀ ਪ੍ਰਸ਼ਾਦਾ ਘਰ ਨਹੀਂ ਮੈਂ ਜਾਣਾ, ਅਤੇ ਪ੍ਰਸ਼ਾਦਾ ਤੁਸੀਂ ਇੱਥੇ ਲੈ ਆਓ। ਪਿਤਾ ਜੀ ਕਹਿਣ ਲੱਗੇ ਵੀ ਸਵੇਰ ਦਾ ਪੱਕਿਆ ਪ੍ਰਸ਼ਾਦਾ ਹੁੰਦਾ, ਕਿਸੇ ਸਬਜ਼ੀ ਨਹੀਂ ਹੁੰਦੀ, ਕਿਸੇ ਮੌਕੇ ਪ੍ਰਸ਼ਾਦਾ ਠੰਡਾ ਹੋਇਆ ਹੁੰਦਾ, ਚੰਗਾ ਨਹੀਂ ਹੁੰਦਾ, ਛਕਣ ਵਾਲਾ ਨਹੀਂ ਹੁੰਦਾ, ਅਤੇ ਤੁਸੀਂ ਕਿਰਪਾ ਕਰੋ ਅਤੇ ਘਰ ਹੀ ਚੱਲੋ। ਉਹ ਕਹਿਣ ਲੱਗੇ ਜੀ ਘਰ ਨਹੀਂ ਜਾਣਾ, ਅਤੇ ਪ੍ਰਸ਼ਾਦਾ ਇੱਥੇ ਲਿਆਓ। ਅੱਛਾ, ਤਾਂ 2 ਵਾਰਾਂ ਕਿਹਾ ਤਾਂ ਫਿਰ ਚਲੇ ਗਏ। ਪਿਤਾ ਜੀ ਕਹਿਣ ਲੱਗੇ ਚੰਗਾ ਜੀ ਮੈਂ ਪ੍ਰਸ਼ਾਦਾ ਇੱਥੇ ਲਿਆਉਣਾ। ਉਹ ਫਿਰ ਤੁਰ ਪਏ ਜਦੋਂ ਪ੍ਰਸ਼ਾਦਾ ਲੈਣ, ਅਤੇ ਉਹ ਸੱਚੇ ਪਾਤਸ਼ਾਹ ਉੱਥੇ ਹੀ ਰਹੇ ਗੁਰਦੁਆਰੇ। ਸਾਡੇ ਤੋਂ ਡੇਰੇ ਤੋਂ ਮਤਲਬ ਗੁਰਦੁਆਰਾ 5-6 ਕਿੱਲੇ ਆ, ਸੜਕ ਦੇ ਨਾਲ ਪੱਕੀ ਦੇ ਅਗਲੇ ਬੰਨੇ ਕਰਾਛਰ ਆ। ਉਸ ਵੇਲੇ ਫਿਰ ਜਦੋਂ ਪਿਤਾ ਜੀ ਪ੍ਰਸ਼ਾਦਾ ਲੈਣ ਆ ਗਏ, ਤੂੰ ਉੱਥੇ ਹੀ ਰਹੇ ਆ। ਪਿਤਾ ਜੀ ਨੇ ਫਿਰ ਉਹ ਪ੍ਰਸ਼ਾਦਾ ਪੁੱਛਿਆ। ਅਸੀਂ 5 ਭਰਾ ਇਕੱਠੇ ਹੀ ਮਤਲਬ ਸਾਡੇ ਮਕਾਨ ਜੁੜਵੇਂ ਆ, ਅਗਰ ਪਿਛੜੇ ਦੇ ਪਛਾੜੀਆਂ ਕਿਸੇ ਆਪਣੇ ਪਹਾੜਾਂ ਨੂੰ ਆ ਘਰ 'ਚ ਕਿਸੇ ਪਛਾੜੀਆਂ ਜੋੜ ਕੇ ਮਤਲਬ ਬਣਾਏ ਹੋਏ ਆ। 5 ਭਰਾ ਅਸੀਂ। ਫਿਰ ਉਹ ਇਹਨਾਂ ਨੇ ਪਿਤਾ ਜੀ ਨੇ ਆ ਕੇ ਪੁੱਛਿਆ ਵੀ ਪ੍ਰਸ਼ਾਦੇ ਇੱਦਾਂ ਕੋਈ ਸੰਤ ਆਇਆ ਕਾ ਆਪਣੇ ਗੁਰਦੁਆਰੇ, ਅਤੇ ਸੰਤ ਕਹਿੰਦੇ ਵੀ ਅਸੀਂ ਭੁੱਖੇ ਆ, ਸਾਨੂੰ ਪ੍ਰਸ਼ਾਦਾ ਛਕਾਓ। ਅੱਛਾ, ਇਹ ਕਹਿਣ ਲੱਗੇ ਪ੍ਰਸ਼ਾਦਾ ਤਾਂ ਹੈਗਾ ਕਿਸੇ ਵੱਲੋਂ ਨਾ, ਫਿਰ ਸਾਰਿਆਂ ਵੱਲੋਂ ਕਿਸੇ ਵੱਲੋਂ ਸਬਜ਼ੀ ਲਈ, ਕਿਸੇ ਵੱਲੋਂ ਪ੍ਰਸ਼ਾਦੇ ਲਏ, ਥਾਲੇ 'ਚ ਰੱਖੇ। ਫਿਰ ਸਾਡੇ ਵੱਲ ਆਏ, ਸਾਡੇ ਵੱਲ ਫਿਰ ਪਕੌੜੇ ਬਣੇ ਹੋਏ ਸੀ, ਪਕੌੜੇ ਉੱਧਰੋਂ ਪਕੌੜੇ ਲੈ ਕੇ ਅਤੇ ਉੱਤੇ ਰੁਮਾਲਾ ਪਾ ਲਿਆ। ਰੁਮਾਲਾ ਪਾ ਕੇ ਅਤੇ ਗੁਰਦੁਆਰੇ ਨੂੰ ਚੱਲ ਪਏ।
ਕੋਈ ਟਾਈਮ ਉੱਥੇ ਵੀ ਅਸਕਰ ਨੂੰ ਲੱਗ ਹੀ ਗਿਆ ਹੋਊਗਾ, ਕੋਈ ਘੱਟ ਤੋਂ ਘੱਟ ਵੀ ਆਉਂਦਾ ਜਾਂਦੇ ਅੱਧਾ ਘੰਟਾ ਤਾਂ ਲੱਗ ਹੀ ਗਿਆ। ਪ੍ਰਸ਼ਾਦੇ ਪ੍ਰਸ਼ੂਦੇ ਜਦੋਂ ਤੱਕ ਲਗਾਏ, ਫਿਰ ਉਹ ਜਦੋਂ ਗਏ ਤੇ ਉਹ ਇਹਨਾਂ ਦੇ ਮਨ 'ਚ ਪਿਤਾ ਜੀ ਦੇ ਮਨ 'ਚ ਆ ਕੇ ਵੀ ਪਤਾ ਨਹੀਂ ਕੌਣ ਕਿੱਦਾਂ ਦੀ ਕੌਣ ਜਾਣਦਾ ਹੋਵੇ ਵੀ ਮੈਂ ਥਾਲਾ ਨਾ ਦਿਆਂ, ਵੀ ਇਹਨਾਂ ਥਾਲਾ ਨਾ ਜਾ, ਇਹ ਮਨ 'ਚ ਆ ਗਈ। ਜਦੋਂ ਇਹ ਮਨ 'ਚ ਆ ਗਈ ਤੇ ਫਿਰ ਕੋਲ ਜਦੋਂ ਗਏ ਤਾਂ ਉਹਨਾਂ ਜਾ ਕੇ ਨਾ ਫਿਰ ਬਸ਼ਰਮੀ ਕਹਿਣ ਲੱਗੇ ਸੰਤ ਜੀ ਆ ਥਾਲਾ ਹੀ ਲੈ ਲਓ। ਉਹ ਕਹਿਣ ਲੱਗੇ ਨਾ ਥਾਲਾ ਨਹੀਂ ਲੈਣਾ। ਉਹਨਾਂ ਆਖਿਆ ਥਾਲਾ ਨਹੀਂ ਲੈਣਾ। ਜਦੋਂ ਥਾਲਾ ਨਹੀਂ ਲੈਣਾ ਉਹਨਾਂ ਆਖਿਆ ਤੇ ਇਹਨਾਂ ਫੇਰ ਮੋੜ ਕੇ ਆਖਿਆ ਨਹੀਂ ਨਹੀਂ ਸੰਤ ਜੀ ਤੁਸੀਂ ਥਾਲਾ ਹੀ ਲਓ, ਲਓ ਫੜੋ ਥਾਲਾ। ਉਹਨਾਂ ਥਾਲਾ ਨਹੀਂ ਲਿਆ। ਉਹਨਾਂ ਮੋਢੇ ਤੇ ਪਰਨਾ ਜਿਹੜਾ ਰੱਖਿਆ ਸੀ ਨਾ ਉਹ ਲਾ ਕੇ ਤੇ ਕਹਿਣ ਲੱਗੇ ਸਿਖਾਏ ਤੇ ਪ੍ਰਸ਼ਾਦੇ ਪਾ ਦੇ। ਜਦੋਂ ਉਹਦੇ 'ਚ ਪ੍ਰਸ਼ਾਦੇ ਉਹਨਾਂ ਕਹਿ ਕੇ ਉਹਦੇ 'ਚ ਪ੍ਰਸ਼ਾਦੇ ਉਹਨਾਂ ਪਵਾ ਲਿਆ ਪਰਨੇ ਦੇ ਵਿੱਚ। ਪਰਨੇ ਵਿੱਚ ਪ੍ਰਸ਼ਾਦੇ ਪਵਾ ਕੇ ਤੇ ਫਿਰ ਪਿਤਾ ਜੀ ਪੁੱਛਦੇ ਸੰਤ ਜੀ ਤੁਸੀਂ ਕਿਹੜੀ ਜਗ੍ਹਾ ਰਹਿੰਦੇ ਆ? ਉਹ ਪੰਜਾਬ ਰਹਿੰਦੇ ਆ ਜਾਂ ਹਰਿਆਣੇ 'ਚ ਰਹਿੰਦੇ ਆ ਜਾਂ ਉੱਤਰ ਪ੍ਰਦੇਸ਼ ਰਹਿੰਦੇ ਆ? ਉਹ ਕਹਿੰਦੇ ਅਸੀਂ ਸਭ ਜਗ੍ਹਾ ਰਹਿੰਦੇ ਆ। ਫਿਰ ਉਹ ਕਹਿਣ ਲੱਗੇ ਕਿ ਸੈਂਚੀ ਖੋਲ। ਜਿਸ ਵੇਲੇ ਸੈਂਚੀ ਖੜਾਈ ਉਹਨਾਂ ਸੱਚੇ ਪਾਤਸ਼ਾਹ ਨੇ ਐਸਾ ਮੱਤ ਪੜਦਾ ਪਾ ਗਿਆ ਵੀ ਮੈਂ ਯਾਦ ਕਰਦਾ ਮੈਨੂੰ ਫਿਰ ਵੀ ਨਹੀਂ ਉਹਨਾਂ ਨੂੰ ਪਤਾ ਲੱਗਿਆ। ਉਦੋਂ ਬਾਅਦ ਫਿਰ ਉਹ ਸੈਂਚੀ ਖੜਾ ਕੇ ਪੱਤਰੇ ਥਲਾਏ। ਜਦੋਂ ਇੱਧਰ ਫੱਤੇ ਥਲਦਿਆਂ ਜਿੱਥੇ ਆਇਆ ਨਾ ਇੱਕ ਓਂਕਾਰ ਆਇਆ ਤਾਂ ਉੱਥੇ ਕਹਿਣ ਲੱਗੇ ਆ ਕਿ ਉਂਗਲ ਆ ਕੇ ਕਹਿੰਦੇ ਆ ਹੀ ਉਹ ਫਿਰ ਵੀ ਨਹੀਂ ਪਤਾ ਲੱਗਿਆ। 3 ਵਾਰ ਉਹਨਾਂ ਕਿਹਾ ਵੀ ਆ ਹੀ ਉਹ। ਜਦੋਂ 3 ਵਾਰ ਇੱਦਾਂ ਕਿਹਾ ਵੀ ਆ ਹੀ ਉਹ ਨਾ ਤੇ ਫਿਰ ਵੀ ਨਹੀਂ। ਫਿਰ ਉਹ ਜਦੋਂ ਚੁੱਪ ਕਰਕੇ ਫਿਰ ਉਹ ਚਲੋ ਪਿਤਾ ਜੀ ਤਾਂ ਚੁੱਪ ਕਰ ਗਏ। ਫਿਰ ਉਹ ਕਹਿਣ ਲੱਗੇ ਜੀ ਅਸੀਂ ਹੁਣ ਚੱਲੇ ਹਾਂ। ਉਹਨਾਂ ਆਖਿਆ ਚੰਗਾ ਜੀ ਤੂੰ ਜਾ। ਫਿਰ ਬਸ ਉਹ ਇੱਥੋਂ 10 ਕਰਮਾ ਉਹ ਤੁਰਿਆ ਅਗਲੇ ਬੰਨੇ ਸੜਕ ਦੇ ਨਾਲ ਹੀ ਆਮ ਪਿਆ। ਉਹ ਜਦੋਂ 10 ਕਰਮਾ 10-12 ਕਰਮਾ ਅੱਗੇ ਗਏ ਆ ਤੇ ਉਹਨਾਂ ਦੇ ਮਾਤੋਂ ਪੜਦਾ ਉਤਰ ਗਿਆ। ਜਦੋਂ ਮਾਤੋਂ ਪੜਦਾ ਉਤਰਿਆ ਤੇ ਉਹ ਕਹਿਣ ਲੱਗੇ ਵੀ ਉਹ ਇਹ ਤਾਂ ਸੱਚੇ ਪਾਤਸ਼ਾਹ ਸਾਹਿਬ ਗੁਰੂ ਰਾਮ ਸੋਹਣੀ ਜਿਨ੍ਹਾਂ ਨੂੰ ਮੈਂ ਰੋਜ਼ ਯਾਦ ਕਰ ਲਈ ਇਹ ਤਾਂ ਉਹੀ ਸੀ। ਤਾਂ ਉਹ ਭੱਜਿਆ ਫਿਰ ਮਗਰ ਉੱਠ ਕੇ ਮਗਰ ਭੱਜਿਆ ਸੱਚੇ ਪਾਤਸ਼ਾਹ ਦੇ ਤੋਂ ਅੰਬ ਦੇ ਉਹਲੇ ਹੋ ਗਿਆ ਤੇ ਉਰਲੇ ਬੰਨੇ ਸਾਡੇ ਪਿਤਾ ਜੀ। ਜਦੋਂ ਉਰਲੇ ਬੰਨਿਆ ਤਾਂ ਪਿਤਾ ਜੀ ਉਹ ਅੰਬ ਦੇ ਉਰਲੇ ਹੋ ਗਏ ਤਾਂ ਭੱਜ ਕੇ ਅੰਬ ਦੇ ਉਰਲੇ ਗਿਆ ਤਾਂ ਉੱਥੇ ਕੁਛ ਵੀ ਨਹੀਂ। ਫਿਰ ਉਹਨੇ 2-3 ਚੱਕਰ ਅੰਬ ਦੇ ਦੁਆਲੇ ਕੱਢੇ ਉੱਥੇ ਕੁਛ ਨਹੀਂ। ਫਿਰ ਅਗਲੇ ਬੰਨੇ ਮਿਲਿਆ ਗੁਰਦੁਆਰਾ ਗੰਨੇ ਦੀ ਕਰੈਕਸ਼ਰ ਆ ਉਹਦੇ ਵਿੱਚ ਗਿਆ। ਉੱਥੇ ਜਾ ਕੇ ਪੁੱਛਿਆ ਵੀ ਇੱਥੇ ਇੱਕ ਲੰਮੇ ਜਿਹੇ ਸਾਧੂ ਆ ਬੜੇ ਤਗੜੇ ਜਵਾਨ ਆ ਤੇ ਉਹ ਇੱਥੇ ਤੁਹਾਡੇ ਕੋਲ ਆਏ ਆ? ਇੱਥੇ ਤਾਂ ਨਹੀਂ ਆਏ, ਇੱਥੇ ਆਏ ਕਰੈਕਸ਼ਰ 'ਚ। ਉਹ ਕਹਿਣ ਲੱਗੇ ਵੀ ਇੱਥੇ ਕੋਈ ਸੰਤ ਨਹੀਂ ਆਇਆ, ਅਸੀਂ ਤਾਂ ਇੱਥੇ ਹੀ ਆ। ਉੱਥੋਂ ਫਿਰ ਉਹ ਇਹਨਾਂ ਉਹਨਾਂ ਦਾ ਮਨ ਫਿਰ ਖਰਾਬ ਹੋ ਗਿਆ, ਵਿਜੋਗੀ ਹੋ ਗਿਆ। ਫਿਰ ਜੇ ਘਰ ਆਇਆ ਕਰਨ ਤਾਂ ਘਰ ਨਾਲ ਉਹਨਾਂ ਦਾ ਜੀ ਲੱਗੇ, ਜੇ ਗੁਰਦੁਆਰੇ ਜਾਣ ਗੁਰਦੁਆਰੇ ਨਾਲ ਜੀ ਲੱਗੇ। ਫਿਰ ਬਹੁਤ ਪਰੇਸ਼ਾਨ ਹੋ ਗਿਆ। ਫਿਰ ਸਾਨੂੰ ਵੀ ਉਹਨਾਂ ਦੱਸਿਆ, ਅਸੀਂ ਵੀ ਜਾਏ, ਸਾਨੂੰ ਵੀ ਇੱਦਾਂ ਲੱਗਿਆ ਕਰ ਵੀ ਸੱਚੇ ਪਾਤਸ਼ਾਹ ਸਾਹਿਬ ਗੁਰੂ ਰਾਮ ਸੋਹਣੀ ਇਸ ਮੌਕੇ ਇੱਥੇ ਹੀ ਆਏ ਜਾਪਣ ਵੀ ਜਿਵੇਂ ਪ੍ਰਦੱਖ ਇੱਥੇ ਹੀ ਆ ਅੱਖਾਂ 'ਚ ਦਿਸਣਾ ਤਾਂ ਮਤਲਬ ਉੱਦਾਂ ਐਂ ਸਮਝ ਐਂ ਲੱਗੇ ਵੀ ਜਿਵੇਂ ਗੁਰਦੁਆਰੇ 'ਚ ਇੱਥੇ ਹੀ ਆ ਆਲੇ ਦੁਆਲੇ ਇੱਥੇ ਗੁਰਦੁਆਰੇ ਕੋਲ ਆ। ਸਾਧ ਸੰਗਤ ਜੀ ਇਹ ਫਿਰ ਇੰਨਾ ਚਿਰ ਉਹ ਫਿਰ ਵਿਜੋਗ ਰਿਹਾ। ਉਹਨਾਂ ਪ੍ਰਸ਼ਾਦਾ ਕਦੀ ਛਕਣਾ ਅਤੇ ਕਦੀ ਥੋੜ੍ਹਾ ਬਾਲਾ ਨਾ ਛਕਣਾ ਬਹੁਤ। ਫਿਰ ਉਹ ਇੱਦਾਂ ਫਿਰ ਕਈ ਦਿਨ ਹੀ ਉਹ ਫਿਰ ਪ੍ਰਸ਼ਾਦਾ ਬਹੁਤ ਉਹਨਾਂ ਘੱਟ ਛਕਣਾ ਅਤੇ ਵਿਜੋਗ ਜਿਹਾ ਉਹਨਾਂ ਨੂੰ ਪੈ ਗਿਆ ਜਿੱਦਾਂ ਬਹੁਤ ਵਿਜੋਗੀ ਹੁੰਦੇ ਆ। ਫਿਰ ਉਹ ਸੱਚੇ ਪਾਤਸ਼ਾਹ ਦੇ ਮੁੜ ਕੇ ਦਰਸ਼ਨ ਹੋਏ ਨਹੀਂ। ਬਾ ਉਹ ਹੀ ਜਿਹੜਾ ਦਰਸ਼ਨ ਹੋ ਗਿਆ ਅਤੇ ਇਹਨੇ ਮੇਰੇ ਸਰਗੁਰੂ ਜੀ ਭਜਨ ਸਤਿ ਸ੍ਰੀ ਅਕਾਲ।